Hello friends, welcome to my channel Eco Teacher. If you like my video, please like, share and subscribe. इस वीडियो ਦੇ ਵਿੱਚ ਅਸੀਂ ਪੜਾਂਗੇ ਕਿ ਘਾਟੇ ਦੀ ਵਿੱਤ ਵਿਵਸਥਾ ਡੈਫੀਸਿਟ ਫਾਈਨੈਂਸਿੰਗ। ਠੀਕ ਹੈ ਜੀ। ਘਾਟੇ ਦੀ ਵਿੱਤ ਵਿਵਸਥਾ ਕੀ ਹੁੰਦੀ ਹੈ? ਘਾਟੇ ਦੀ ਵਿੱਤ ਵਿਵਸਥਾ ਉਹ ਵਿਧੀ ਹੈ ਜਿਸ ਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ। ਇਹ ਜਿਹੜੀ ਹੁੰਦੀ ਹੈ ਸਰਕਾਰ ਜਦੋਂ ਕਮੀ ਹੋ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਬਜਟ ਦੀਆਂ ਟਾਈਪਸ ਬਾਰੇ ਪੜ੍ਹਿਆ ਸੀ। ਉਹਦੇ ਵਿੱਚ ਆਪਾਂ ਨੇ ਪੜ੍ਹਿਆ ਸੀਗਾ ਡੈਫੀਸਿਟ ਬਜਟ। ਠੀਕ ਹੈ, ਜਿਹਦੇ ਵਿੱਚ ਕਮੀ ਹੋ ਜਾਂਦੀ ਹੈ, ਯਾਨੀ ਉਹਦੇ ਖਰਚੇ ਵੱਧ ਜਾਂਦੇ ਨੇ। ਤਾਂ ਜਦੋਂ ਖਰਚੇ ਵੱਧ ਜਾਂਦੇ ਨੇ ਤਾਂ ਉਹ ਖਰਚੇ ਨੂੰ ਪੂਰਾ ਕਰਨ ਦੇ ਲਈ ਸਰਕਾਰ ਕੀ ਕਰਦੀ ਹੈ? ਕਰਜ਼ੇ ਲੈਂਦੀ ਹੈ। ਤਾਂ ਉਹ ਕਰਜ਼ੇ ਕਿੱਥੋਂ ਲੈ ਸਕਦੀ ਆ? ਕੇਂਦਰੀ ਬੈਂਕ ਤੋਂ ਲੈ ਸਕਦੀ ਹੈ। ਤਾਂ ਉਹ ਕੇਂਦਰੀ ਬੈਂਕ ਤੋਂ ਜਦੋਂ ਕਰਜ਼ੇ ਲੈਂਦੀ ਹੈ ਤਦ ਉਸ ਕਿਰਿਆ ਨੂੰ ਆਪਾਂ ਕੀ ਕਵਾਂਗੇ? ਘਾਟੇ ਦੀ ਵਿੱਤ ਵਿਵਸਥਾ। ਦੇਖੋ, ਘਾਟੇ ਮਤਲਬ ਕਮੀ ਹੋਈ ਤਾਂ ਵਿੱਤ ਵਿਵਸਥਾ, ਵਿੱਤ ਮਤਲਬ ਕਿੱਥੋਂ ਦੀ ਪੈਸੇ ਦਾ ਪ੍ਰਬੰਧ ਕੀਤਾ। ਠੀਕ ਹੈ, ਉਸ ਵਿਧੀ ਨੂੰ ਕਿਹਾ ਜਾਂਦਾ ਜਿੱਥੋਂ ਸਰਕਾਰ ਕੀ ਕਰਦੀ ਹੈ? ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੀ ਹੈ। ਕੇਂਦਰੀ ਬੈਂਕ ਕਿਵੇਂ ਹੈਲਪ ਕਰਦੀ ਹੈ? ਫਿਰ ਉਹ ਨਵੇਂ ਨੋਟ ਛਾਪ ਕੇ ਪੂਰੇ ਕਰਦੀ ਹੁੰਦੀ ਹੈ। ਪਰ ਜਿਹੜੀ ਜਦੋਂ ਮੁਦਰਾ ਦੀ ਜ਼ਿਆਦਾ ਮਾਰਕੀਟ ਦੇ ਵਿੱਚ ਪੂਰਤੀ ਹੋ ਜੂਗੀ, ਮੁਦਰਾ ਦੀ ਪੂਰਤੀ ਮਤਲਬ ਮਾਰਕੀਟ ਦੇ ਵਿੱਚ ਜ਼ਿਆਦਾ ਮੁਦਰਾ ਆ ਜੂਗੀ, ਤਦ ਕੀ ਹੋਊਗੀ? ਕੀਮਤਾਂ ਵਧਣ ਲੱਗ ਜਾਣਗੀਆਂ। ਕਿਉਂ ਕੀਮਤਾਂ ਵਧਣ ਲੱਗ ਜਾਣਗੀਆਂ? ਕਿਉਂਕਿ ਫਿਰ ਸਾਰੇ ਬੰਦੇ ਕੋਲ ਕੀ ਹੋ ਜਾਣਗੇ? ਪੈਸੇ ਆ ਜਾਣਗੇ। ਤਾਂ ਪੈਸੇ ਆ ਜਾਣਗੇ, ਸਪਲਾਈ ਜਿਹੜੀ ਪ੍ਰੋਡਕਸ਼ਨ ਆ ਉਹ ਤਾਂ ਉਨੀ ਰਹੂਗੀ ਚੀਜ਼ਾਂ ਦੀ। ਠੀਕ ਹੈ, ਬੰਦੇ ਕੋਲ ਪੈਸੇ ਆ ਗਏ, ਉਹ ਡਿਮਾਂਡ ਜ਼ਿਆਦਾ ਕਰਨ ਲੱਗ ਗਿਆ। ਠੀਕ ਹੈ, ਤਾਂ ਫਿਰ ਇਸ ਹਾਲਤ ਦੇ ਵਿੱਚ ਕੀ ਹੋਣਗੇ? ਕੀਮਤਾਂ ਹੀ ਵਧਣ ਗੀਆਂ। ਤਾਂ ਕਰਕੇ ਜਿਹੜਾ ਨੋਟ ਛਾਪਣਾ ਹੁੰਦਾ, ਨੋਟ ਛਾਪ ਕੇ ਜਿਹੜੀ ਇਹ ਕਰਜ਼ੇ ਨੂੰ ਪੂਰਾ ਕਰਦੀ ਹੈ, ਉਹ ਇੱਕ ਲਿਮਿਟ ਦੇ ਵਿੱਚ ਨੋਟ ਛਾਪ ਸਕਦੀ ਹੈ ਰਿਜ਼ਰਵ ਬੈਂਕ। ਠੀਕ ਹੈ ਜੀ। ਤੇ ਇਸ ਦੇ ਸਿੱਟੇ ਵਜੋਂ ਮੁਦਰਾ ਪੂਰਤੀ ਵਿੱਚ ਵਾਧਾ ਹੁੰਦਾ ਹੈ ਤੇ ਕੀਮਤਾਂ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ। ਘਾਟੇ ਦੀ ਵਿੱਤ ਵਿਵਸਥਾ ਸਰਕਾਰੀ ਬਜਟ ਨੂੰ ਪੂਰਾ ਕਰਨ ਲਈ ਇੱਕ ਉਪਾਅ ਹੈ। ਠੀਕ ਹੈ ਜੀ, ਮਤਲਬ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਘਾਟੇ ਦੀ ਵਿੱਤ ਵਿਵਸਥਾ, ਯਾਨੀ ਜੋ ਘਾਟੇ ਦੀ ਵਿੱਤ ਵਿਵਸਥਾ ਆ, ਇਹ ਸਰਕਾਰੀ ਬਜਟ ਨੂੰ ਪੂਰਾ ਕਰਨ ਦੇ ਲਈ ਇੱਕ ਕੀ ਹੈ? ਇੱਕ ਉਪਾਅ ਹੈ, ਇੱਕ ਤਰੀਕਾ ਹੈ। ਜਦੋਂ ਸਰਕਾਰ ਦਾ ਕੁੱਲ ਖਰਚਾ ਸਰਕਾਰ ਦੀ ਆਮਦਨ ਤੋਂ ਵਧੇਰੇ ਹੋ ਜਾਂਦੀ ਹੈ ਤਾਂ ਸਰਕਾਰ ਦਾ ਬਜਟ ਕੀ ਹੈ? ਘਾਟੇ ਵਿੱਚ ਚਲਾ ਜਾਂਦਾ। ਠੀਕ ਹੈ ਜੀ। ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਹੇਠਾਂ ਲਿਖੇ ਤਰੀਕਿਆਂ ਦੇ ਜ਼ਰੂਰੀ ਨਹੀਂ ਹੈਗਾ ਕਿ ਉਹ ਸਿਰਫ ਰਿਜ਼ਰਵ ਬੈਂਕ ਤੋਂ ਹੀ ਉਧਾਰ ਲੈ ਸਕਦੀ ਹੈ। ਕਈ ਤਰੀਕੇ ਨੇ ਜੋ ਆਪਾਂ ਅੱਗੇ ਪੜ੍ਹਦੇ ਹਾਂ। ਪਹਿਲਾ ਕੀ ਹੈ ਤਰੀਕਾ ਜਿਹੜਾ ਵਿੱਤ ਦਾ ਪ੍ਰਬੰਧ ਕਰਨ ਦਾ? ਸਰਕਾਰ ਰਾਹੀਂ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਸਕਦੀ ਹੈ। ਪਹਿਲਾ ਤਾਂ ਇਹ ਪੁਆਇੰਟ ਹੋ ਗਿਆ। ਇਸ ਦੇ ਵਿੱਚੋਂ ਕੀ ਕਰੂਗੀ? ਕੇਂਦਰੀ ਬੈਂਕ ਨਵੇਂ ਨੋਟ ਛਾਪ ਕੇ ਸਰਕਾਰ ਨੂੰ ਦੇ ਦੂਗੀ। ਦੂਸਰਾ ਤਰੀਕਾ ਕੀ ਹੈ? ਸਰਕਾਰੀ ਖਜ਼ਾਨੇ ਵਿੱਚ ਪਈ ਹੋਈ ਨਕਦੀ ਜਮ੍ਹਾਂ ਕਢਵਾ ਕੇ ਘਾਟੇ ਨੂੰ ਪੂਰਾ, ਸਰਕਾਰ ਕੋਲ ਜਿਹੜੀ ਡਿਪੋਜ਼ਿਟ ਹੁੰਦੀ ਹੈ, ਪੈਸੇ ਜਿਹੜੇ ਨਕਦੀ ਜਮ੍ਹਾਂ ਹੁੰਦੇ ਨੇ, ਉਹਨਾਂ ਨੂੰ ਕੱਢ ਕੇ ਥੋੜ੍ਹੇ ਸਮੇਂ ਦੇ ਲਈ ਯੂਜ਼ ਕਰਕੇ ਕਰ ਸਕਦੀ ਹੈ। ਸਰਕਾਰ ਦੁਆਰਾ ਰਿਜ਼ਰਵ ਬੈਂਕ ਰਾਹੀਂ ਜਾਰੀ ਕੀਤੀ ਗਈ ਮੁਦਰਾ ਤੋਂ ਬਿਨਾਂ ਹੋਰ ਨਵੀਂ ਮੁਦਰਾ ਜਾਰੀ ਕਰਨਾ, ਯਾਨੀ ਸਰਕਾਰ ਦੁਆਰਾ ਜਿਹੜਾ ਰਿਜ਼ਰਵ ਬੈਂਕ ਦੁਆਰਾ ਜਿੰਨੀ ਵੀ ਮੁਦਰਾ ਜਾਰੀ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਵੀ ਨਵੇਂ ਮੁਦਰਾ ਜਾਰੀ ਕਰਕੇ ਇਸ ਨੂੰ ਪੂਰਾ ਕਰ ਸਕਦੀ ਹੈ। ਠੀਕ ਹੈ ਜੀ। ਉਪਰੋਕਤ ਤਿੰਨ ਤਰੀਕਿਆਂ ਨਾਲ ਦੇਸ਼ ਵਿੱਚ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ। ਹੁਣ ਜਦੋਂ ਇਹ ਤਿੰਨੇ ਤਰੀਕੇ ਅਪਣਾਊਗੀ, ਕਿਵੇਂ? ਇੱਕ ਤਾਂ ਰਿਜ਼ਰਵ ਬੈਂਕ ਤੋਂ ਜਦੋਂ ਕਰਜ਼ਾ ਲਊਗੀ, ਜਾਂ ਫਿਰ ਨਵੇਂ ਨੋਟ ਛਾਪੂਗੀ, ਜਾਂ ਫਿਰ ਆਪਣੇ ਜਿਹੜੇ ਉਹ ਜਮ੍ਹਾਂ ਕੀਤੇ ਹੋਣਗੇ, ਡਿਪੋਜ਼ਿਟ ਕੀਤੇ ਹੋਣਗੇ, ਉਹਨਾਂ 'ਚ ਲਊਗੀ, ਜਾਂ ਫਿਰ ਕੀ ਕਰੂਗੀ? ਮੁਦਰਾ ਜਿਹੜੀ ਜਾਰੀ ਕੀਤੀ ਉਸ ਤੋਂ ਇਲਾਵਾ ਨਵੇਂ ਮੁਦਰਾ ਨੂੰ ਹੋਰ ਕਰਜ਼ੇ ਦੇ ਵਿੱਚ ਲੈ ਲੂਗੀ। ਤਾਂ ਇਸ ਹਾਲਤ ਦੇ ਵਿੱਚ ਕੀ ਹੋਊਗਾ? ਮਾਰਕੀਟ ਦੇ ਵਿੱਚ ਮੁਦਰਾ ਦੀ ਸਪਲਾਈ ਕੀ ਹੋਊਗੀ? ਉਹ ਵੱਧ ਜੂਗੀ। ਠੀਕ ਹੈ ਜੀ। ਤਾਂ ਭਾਰਤ ਵਿੱਚ ਘਾਟੇ ਦੀ ਵਿੱਤ ਵਿਵਸਥਾ ਦਾ ਜ਼ਿਆਦਾਤਰ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਇਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ। ਇਸ ਲਈ ਜ਼ਿਆਦਾਤਰ ਜਿਹੜਾ ਘਾਟੇ ਨੂੰ ਪੂਰਾ ਕਰਨ ਲਈ ਕੀ ਕੀਤਾ ਜਾਂਦਾ? ਰਿਜ਼ਰਵ ਬੈਂਕ ਤੋਂ ਪੈਸਾ ਉਧਾਰ ਲਿੱਤਾ ਜਾਂਦਾ ਗਾ। ਰਿਜ਼ਰਵ ਬੈਂਕ ਨੂੰ ਸਰਕਾਰ ਕਰਜ਼ੇ ਦੇ ਬਦਲੇ ਵਿੱਚ ਸਰਕਾਰੀ ਪ੍ਰਤੀਭੂਤੀਆਂ ਦੇ ਦਿੰਦੀ ਹੈ। ਤਾਂ ਰਿਜ਼ਰਵ ਬੈਂਕ ਕੀ ਕਰਦੀ ਹੈ? ਸਰਕਾਰੀ ਕਰਜ਼ੇ ਦੇ ਬਦਲੇ ਵਿੱਚ ਜਦੋਂ ਸਰਕਾਰ ਕਰਜ਼ੇ ਲੈਂਦੀ ਹੈ ਤਾਂ ਉਹਦੇ ਰੂਪ ਦੇ ਵਿੱਚ ਕੀ ਹੈ? ਜਿਹੜੇ ਸਰਕਾਰੀ ਪ੍ਰਤੀਭੂਤੀ ਹੁੰਦੀਆਂ ਨੇ, ਗਵਰਨਮੈਂਟ ਸਿਕਿਉਰਿਟੀ ਹੁੰਦੀ ਹੈ, ਉਹ ਦੇ ਦਿੰਦੀ ਹੁੰਦੀ ਹੈ। ਰਿਜ਼ਰਵ ਬੈਂਕ ਸਰਕਾਰੀ ਪ੍ਰਤੀਭੂਤੀਆਂ ਨੂੰ ਸਚਿਤ ਕੋਸ਼ ਵਿੱਚ ਰੱਖ ਕੇ ਨਵੇਂ ਨੋਟ ਛਾਪ ਦਿੰਦਾ ਹੈ। ਫਿਰ ਜਦੋਂ ਗਵਰਨਮੈਂਟ ਸਿਕਿਉਰਿਟੀ ਦੇ ਦਿੰਦੀ ਹੁੰਦੀ ਆ, ਫਿਰ ਉਹ ਕੀ ਕਰਦੇ ਹੁੰਦੇ ਨੇ? ਇੱਕ ਸੇਫ ਜਗ੍ਹਾ 'ਤੇ ਰੱਖ ਕੇ, ਮਤਲਬ ਸਚਿਤ ਕੋਸ਼ ਦੇ ਵਿੱਚ, ਰਿਜ਼ਰਵ ਫੰਡ ਦੇ ਵਿੱਚ ਰੱਖ ਕੇ, ਫਿਰ ਉਹ ਉਸ ਦੇ ਬਦਲੇ ਵਿੱਚ ਨਵੇਂ ਨੋਟ ਛਾਪ ਕੇ ਕੀ ਕਰਦੀ ਹੈ? ਸਰਕਾਰ ਨੂੰ ਦੇ ਦਿੰਦੀ ਹੈ। ਇਸ ਤਰ੍ਹਾਂ ਮੁਦਰਾ ਦੀ ਪੂਰਤੀ ਵੱਧ ਜਾਂਦੀ ਹੈ, ਜਿਸ ਕਾਰਨ ਕੀਮਤਾਂ ਦਾ ਪੱਧਰ ਕੀ ਹੋ ਜਾਂਦਾ? ਵੱਧ ਜਾਂਦਾ ਗਾ। ਹੁਣ ਤੁਹਾਨੂੰ ਪਤਾ ਚੱਲ ਗਿਆ ਕਿ ਜਿਉਂ ਮਾਰਕੀਟ ਦੇ ਵਿੱਚ ਮੁਦਰਾ ਦੀ ਸਪਲਾਈ ਹੋਊਗੀ, ਕੀਮਤਾਂ ਕੀ ਹੋਣਗੀਆਂ? ਵਧਣਗੀਆਂ। ਠੀਕ ਹੈ ਜੀ। ਤੇ ਅੱਗੇ ਪਰਿਭਾਸ਼ਾ ਦਿੱਤੀ ਗਈ ਹੈ ਕਿਹਦੇ ਦੁਆਰਾ? ਡਾਕਟਰ VKR ਰਾਓ
ਠੀਕ ਹੈ, ਦੇ ਅਨੁਸਾਰ ਜਦੋਂ ਸਰਕਾਰ ਜਾਣ-ਬੁੱਝ ਕੇ ਸਰਵਜਨਕ ਆਮਦਨ ਤੇ ਖਰਚਿਆਂ ਵਿੱਚ ਅੰਤਰ ਅਤੇ ਬਜਟ ਵਿੱਚ ਘਾਟਾ ਪੈਦਾ ਕਰੇ ਤਾਂ ਘਾਟੇ ਦੀ ਪੂਰਤੀ ਕਿਸੇ ਅਜਿਹੀ ਵਿਧੀ ਰਾਹੀਂ ਕਰੇ ਜਿਸ ਨਾਲ ਮੁਦਰਾ ਦੀ ਪੂਰਤੀ ਵੱਧ ਜਾਵੇ ਤਾਂ ਇਸ ਨੂੰ ਘਾਟੇ ਦੀ ਵਿੱਤ ਅਵਸਥਾ ਕਿਹਾ ਜਾਂਦਾ। ਯਾਨੀ ਇਹਨਾਂ ਦੇ ਡਾਕਟਰ VKRV ਰਾਓ ਦੇ ਅਨੁਸਾਰ ਕਹਿੰਦੇ ਨੇ ਕਿ ਜਦੋਂ ਸਰਕਾਰ ਜਾਣ-ਬੁੱਝ ਕੇ ਆਪਣੀ ਆਮਦਨ ਔਰ ਖਰਚ ਦੇ ਵਿੱਚ ਡਿਫਰੈਂਟ ਪੈਦਾ ਕਰ ਲਵੇ ਤਾਂ ਉਸ ਡਿਫਰੈਂਸ ਨੂੰ ਪੂਰਾ ਕਰਨ ਦੇ ਲਈ ਜਿਹੜੀ ਤਰੀਕਾ ਅਪਣਾਉਂਦੀ ਹੈ ਉਸ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਘਾਟੇ ਦੀ ਵਿੱਤ ਵਿਵਸਥਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਨੇ ਪੜ੍ਹ ਲਿਆ ਕਿ ਘਾਟੇ ਦੀ ਵਿੱਤ ਵਿਵਸਥਾ ਹੁੰਦੀ ਕੀ ਹੈ। ਨੈਕਸਟ ਆਪਾਂ ਕੀ ਪੜ੍ਹਦੇ ਹਾਂ, ਸਰਵਜਨਕ ਵਿੱਤ। ਸਰਵਜਨਕ ਮਤਲਬ ਪਬਲਿਕ ਦਾ ਫਾਈਨੈਂਸ। ਠੀਕ ਹੈ ਜੀ। ਸਰਵਜਨਕ ਵਿੱਤ ਸ਼ਬਦ ਦੋ ਸ਼ਬਦਾਂ ਦਾ ਮਿਲ ਕੇ ਬਣਿਆ ਹੈ, ਸਰਵਜਨਕ ਅਤੇ ਵਿੱਤ ਤੋਂ। ਸਰਵਜਨਕ ਪਲਸ ਵਿੱਤ। ਠੀਕ ਹੈ। ਸਰਵਜਨਕ ਸ਼ਬਦ ਦਾ ਅਰਥ ਹੈ ਜਨਤਾ ਦਾ ਸਮੂਹ ਜਿਸ ਦੀ ਪ੍ਰਤੀਨਿਧਤਾ ਕੌਣ ਕਰਦਾ ਹੈ, ਸਰਕਾਰ ਕਰਦਾ ਹੈ। ਠੀਕ ਹੈ। ਅਤੇ ਵਿੱਤ ਦਾ ਅਰਥ ਹੈ ਮੌਦਰਿਕ ਸਾਧਨ, ਮੌਦਰਿਕ ਸਾਧਨ ਪੈਸੇ। ਠੀਕ ਹੈ ਜੀ। ਇਸ ਲਈ ਸਰਵਜਨਕ ਵਿੱਤ ਤੋਂ ਭਾਵ ਹੈ ਕਿਸੇ ਦੇਸ਼ ਦੀ ਸਰਕਾਰ ਦੀ ਵਿੱਤੀ ਸਾਧਨਾ ਭਾਵ ਆਮਦਨ ਅਤੇ ਖਰਚ ਤੋਂ ਹੈ। ਇਸ ਲਈ ਸਰਵਜਨਕ ਵਿੱਤ ਦਾ ਮਤਲਬ ਕੀ ਹੈ, ਸਰਵਜਨਕ ਵਿੱਤ ਦਾ ਮਤਲਬ ਹੈ ਸਰਕਾਰ ਦੀ ਜਿਹੜੀ ਵਿੱਤੀ ਸਾਧਨ ਹੁੰਦੀ ਹੈ ਯਾਨੀ ਕਿ ਆਮਦਨ ਅਤੇ ਖਰਚ। ਵਾਟ ਇਜ਼ ਪਬਲਿਕ ਫਾਈਨੈਂਸ, ਆਮਦਨ ਅਤੇ ਖਰਚ ਕਿਹਦੀ, ਸਰਕਾਰ ਦੀ। ਅਰਥ ਸ਼ਾਸਤਰ ਦੇ ਜਿਸ ਭਾਗ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਸਰਵਜਨਕ ਵਿੱਤ ਕਿਹਾ ਜਾਂਦਾ। ਠੀਕ ਹੈ। ਪਹਿਲਾਂ ਤਾਂ ਆਪਾਂ ਨੇ ਪੜ੍ਹ ਲਿਆ ਕਿ ਸਰਵਜਨਕ ਵਿੱਤ ਕੀ ਹੁੰਦੀ ਹੈ, ਦੋ ਸ਼ਬਦਾਂ ਤੋਂ ਮਿਲ ਕੇ ਬਣਿਆ, ਸਰਵਜਨਕ ਅਤੇ ਵਿੱਤ। ਸਰਵਜਨਕ ਦਾ ਮਤਲਬ ਹੁੰਦਾ ਹੈ ਜਨਤਾ ਦਾ ਸਮੂਹ ਜਿਹਦਾ ਹੈੱਡ ਕੌਣ ਹੁੰਦਾ, ਸਰਕਾਰ ਹੁੰਦਾ। ਸਰਕਾਰ ਹੀ ਮਤਲਬ ਸਾਰੇ ਕੰਮ ਦੀ ਦੇਖ ਰੇਖ ਕਰਦੀ ਹੁੰਦੀ ਆ। ਔਰ ਵਿੱਤ ਕੀ ਹੁੰਦੀ ਹੈ, ਪੈਸਾ। ਠੀਕ ਹੈ ਜੀ। ਇਹਨਾਂ ਦੋਹਾਂ ਸ਼ਬਦਾਂ ਦੇ ਮਿਲ ਕੇ ਬਣਿਆ ਸਰਵਜਨਕ ਵਿੱਤ। ਠੀਕ ਹੈ ਜੀ। ਹੁਣ ਸਰਵਜਨਕ ਵਿੱਤ ਇਹਦੇ ਵਿੱਚ ਕੀ ਪੜਾਂਗੇ ਆਪਾਂ, ਸਰਕਾਰ ਦੀ ਆਮਦਨ ਅਤੇ ਖਰਚ ਦੇ ਬਾਰੇ ਪੜਾਂਗੇ ਸਰਵਜਨਕ ਵਿੱਤ ਦੇ ਵਿੱਚ, ਪਬਲਿਕ ਫਾਈਨੈਂਸ ਦੇ ਵਿੱਚ। ਇਸ ਲਈ ਸਰਵਜਨਕ ਵਿੱਤ ਸਰਕਾਰੀ ਸੰਸਥਾਵਾਂ ਜਿਵੇਂ ਕਿ ਕੇਂਦਰੀ, ਰਾਜ ਅਤੇ ਸਥਾਨਿਕ ਸਰਕਾਰਾਂ ਦੇ ਮਸਲਿਆਂ ਦਾ ਅਧਿਐਨ ਕਰਦਾ। ਇਸ ਲਈ ਸਰਵਜਨਕ ਵਿੱਤ ਦੇ ਵਿੱਚ ਆਪਾਂ ਕੀ ਪੜਾਂਗੇ, ਜਿਹੜੇ ਸਰਕਾਰੀ ਸੰਸਥਾਵਾਂ ਨੇ, ਸਰਕਾਰੀ ਸੰਸਥਾਵਾਂ ਕਿਹੜੀਆਂ ਆ ਜਾਂਦੀਆਂ ਨੇ, ਕੇਂਦਰੀ ਬੈਂਕ, ਕੇਂਦਰੀ ਔਰ ਰਾਜ ਔਰ ਸਥਾਨਿਕ। ਕੇਂਦਰੀ ਮਤਲਬ ਕੇਂਦਰ ਦੇਸ਼ ਦਾ, ਰਾਜ ਜਿੰਨੇ ਵੀ ਰਾਜ ਨੇ ਇੱਕ ਦੇਸ਼ ਦੇ ਵਿੱਚ, ਔਰ ਸਥਾਨਿਕ ਮਤਲਬ ਰਾਜ ਦੇ ਵਿੱਚ ਅੱਗੇ ਜਿਹੜੇ ਵੀ ਉਹ ਆ ਜਾਂਦੇ ਨੇ, ਪਾਰਟਸ ਆ ਜਾਂਦੇ ਨੇ ਉਹ। ਠੀਕ ਹੈ। ਡਿਸਟ੍ਰਿਕਟ ਵਗੈਰਾ। ਠੀਕ ਹੈ। ਉਸ ਤੋਂ ਬਾਅਦ ਸਰਕਾਰਾਂ ਦੇ ਮਸਲਿਆਂ ਦਾ ਅਧਿਐਨ ਕੀਤਾ ਜਾਂਦਾ। ਠੀਕ ਹੈ ਜੀ। ਇਹਨਾਂ ਸਰਕਾਰੀ ਮਸਲਿਆਂ ਦਾ ਅਧਿਐਨ ਕਿਹਦੇ ਵਿੱਚ ਕਰਾਂਗੇ ਆਪਾਂ, ਸਰਵਜਨਕ ਵਿੱਤ ਦੇ ਵਿੱਚ। ਸਰਵਜਨਕ ਵਿੱਤ ਵਿੱਚ ਸਰਕਾਰ ਦੀ ਆਮਦਨ ਭਾਵ ਇਹਦੇ ਵਿੱਚ ਕੀ ਪੜਾਂਗੇ, ਸਰਕਾਰ ਦੀ ਆਮਦਨ ਕਿੱਥੋਂ ਪ੍ਰਾਪਤ ਹੁੰਦੀ ਆ, ਕਰ, ਵਿਆਜ ਲੈ ਕੇ, ਵਿਆਜ ਤੋਂ ਮਿਲਦੀ ਆ, ਉੱਤੇ ਟੈਕਸ ਲਗਾ ਕੇ, ਲਾਭ ਜਿਹੜੀ ਉਹਨੂੰ ਪ੍ਰੋਫਿਟ ਹੁੰਦੀ ਆ ਆਦਿ ਤੋਂ ਆਉਂਦੇ ਹਨ। ਵੀ ਆਮਦਨ ਕਿੱਥੋਂ ਉਹਨੂੰ ਆਉਂਦੀ ਹੈ। ਤੇ ਸਰਵਜਨਕ ਖਰਚ ਸੁਰੱਖਿਆ, ਪ੍ਰਸ਼ਾਸਨ, ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਆਦਿ ਉੱਤੇ ਕੀਤੇ ਜਾਂਦੇ ਨੇ। ਇਹ ਖਰਚੇ ਕਿੱਥੇ ਖਰਚੇ ਕਰਦੀ ਹੈ, ਕਿੱਥੇ ਉਹਦੀ ਆਮਦਨ ਉਹਨੂੰ ਪ੍ਰਾਪਤ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਅਧਿਐਨ ਆਪਾਂ ਕਿਹਦੇ ਵਿੱਚ, ਸਟੱਡੀ ਕਿਹੜੇ ਵਿੱਚ ਕਰਾਂਗੇ, ਸਰਵਜਨਕ ਵਿੱਤ ਦੇ ਵਿੱਚ। ਸਮੇਂ ਦੇ ਨਾਲ ਹਰੇਕ ਦੇਸ਼ ਦੀ ਸਰਕਾਰ ਰਾਹੀਂ ਕੀਤੀ ਜਾਣ ਵਾਲੀ ਆਰਥਿਕ ਕਿਰਿਆਵਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਹੁਣ ਸਮੇਂ ਦੇ ਨਾਲ ਕੀ ਹੋਇਆ ਹੈ, ਸਰਕਾਰ ਦੀ ਆਰਥਿਕ ਕਿਰਿਆਵਾਂ ਦੇ ਵਿੱਚ ਵੀ ਕੀ ਹੋਇਆ, ਵਾਧਾ ਹੋਇਆ। ਸਰਕਾਰ ਕੀ ਕਰਦੀ ਹੈ, ਖਰਚੇ ਨੂੰ ਵਧਾਉਂਦੀ ਆ। ਕਿਉਂਕਿ ਜਿਉਂ ਹੀ ਆਪਣਾ ਦੇਸ਼ ਤਰੱਕੀ ਕਰਦਾ ਹੈ ਤਾਂ ਸਰਕਾਰ ਦੀ ਜਿਹੜੀ ਖਰਚਾ ਹੈ ਉਹ ਵੀ ਕਰਨ ਦੀ ਕੈਪੈਸਿਟੀ ਵੱਧਦੀ ਹੈ। ਇਸ ਦੇ ਨਾਲ ਹੀ ਸਰਵਜਨਕ ਵਿੱਤ ਦਾ ਖੇਤਰ ਵੀ ਬਹੁਤ ਵੱਧ ਗਿਆ। ਇਸ ਲਈ ਸਰਵਜਨਕ ਵਿੱਤ ਦੇ ਵਿੱਚ ਪਹਿਲਾਂ ਛੋਟਾ ਜਿਹਾ ਹਿੱਸਾ, ਇਹਦੇ ਵਿੱਚ ਛੋਟੀ ਜਿਹੀ ਹਿੱਸੇ ਦੇ ਬਾਰੇ ਪੜ੍ਹਿਆ ਜਾਂਦਾ, ਹੁਣ ਕੀ ਹੋ ਗਿਆ, ਬਹੁਤ ਜ਼ਿਆਦਾ ਇਹਦੇ ਵਿੱਚ ਫੈਲਾਅ ਆ ਗਿਆ। ਇਹਦੇ ਵਿੱਚ ਆਪਾਂ ਬਹੁਤ ਚੀਜ਼ਾਂ ਨੂੰ ਹੁਣ ਪੜ੍ਹਨ ਲੱਗ ਗਏ ਹਾਂ। ਠੀਕ ਹੈ ਜੀ। ਹੁਣ ਜਿਵੇਂ ਕਿ ਆਪਾਂ ਨੇ ਪਹਿਲਾਂ ਪੜ੍ਹਿਆ ਕਿ ਇਹਦੇ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਦੇ ਬਾਰੇ ਪੜ੍ਹਿਆ ਜਾਂਦਾ, ਪਰ ਹੁਣ ਕੀ ਹੋਇਆ, ਸਰਕਾਰ ਦੇ ਸਰਵਜਨਕ ਵਿੱਤ ਦੇ ਵਿੱਚ ਫੈਲਾਅ ਆਉਣ ਦੇ ਕਾਰਨ ਇਹਦੇ ਵਿੱਚ ਆਪਾਂ ਹੋਰ ਕੀ ਪੜ੍ਹਦੇ ਹੁੰਦੇ ਹਾਂ, ਆਰਥਿਕ ਉਦੇਸ਼ ਕੀ ਨੇ, ਜਿਵੇਂ ਆਰਥਿਕ ਉਦੇਸ਼ ਇਹਦੇ ਜਿਵੇਂ ਹੈਗੇ ਨੇ ਪੂਰਨ ਰੁਜ਼ਗਾਰ, ਫੁੱਲ ਇੰਪਲੋਇਮੈਂਟ। ਠੀਕ ਹੈ ਜੀ। ਆਰਥਿਕ ਵਿਕਾਸ। ਠੀਕ ਹੈ। ਇਕੋਨੋਮਿਕ ਗਰੋਥ, ਆਮਦਨ ਅਤੇ ਧਨ ਦਾ ਸਮਾਨ ਵਿਤਰਨ ਮਤਲਬ ਵੰਡ, ਸਮਾਨ ਵੰਡ ਕਿਵੇਂ ਹੁੰਦੀ ਆ। ਕੀਮਤ ਸਥਿਰਤਾ ਮਤਲਬ ਕੀਮਤ ਦਾ ਪੱਧਰ ਦਾ ਸਥਿਰ ਰਹਿਣਾ, ਇੱਕਦਮ ਹੀ ਜ਼ਿਆਦਾ ਵਧਣਾ ਨਹੀਂ, ਇੱਕਦਮ ਹੀ ਜ਼ਿਆਦਾ ਘਟਣਾ ਨਹੀਂ। ਠੀਕ ਹੈ। ਇਹ ਸਥਿਰਤਾ ਆਦਿ ਸੰਬੰਧੀ ਸਰਕਾਰ ਦੀਆਂ ਸਾਰੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਠੀਕ ਹੈ। ਸਰਵਜਨਕ ਵਿੱਤ ਦੇ ਵਿੱਚ ਜਿਹੜੇ ਵੀ ਆਰਥਿਕ ਉਦੇਸ਼ ਦੇ ਲਈ ਆਰਥਿਕ ਉਦੇਸ਼ ਹੁੰਦੇ ਨੇ ਜਿਹੜੇ ਸਰਕਾਰ ਦੇ, ਉਹਨਾਂ ਬਾਰੇ ਵੀ ਪੜ੍ਹਿਆ ਜਾਂਦਾ ਕਿ ਫੁੱਲ ਇੰਪਲੋਇਮੈਂਟ ਹੋਵੇ, ਆਰਥਿਕ ਵਿਕਾਸ ਹੋਵੇ, ਤਰੱਕੀ ਹੋਵੇ, ਆਮਦਨ ਪੱਧਰ ਦਾ ਜਿਹੜਾ ਵੰਡ ਹੋਵੇ ਉਹ ਸਮਾਨ ਹੋਵੇ। ਇਹਦੇ ਬਾਰੇ ਵੀ ਆਪਾਂ ਸਰਵਜਨਕ ਵਿੱਤ ਦੇ ਵਿੱਚ ਪੜ੍ਹਦੇ ਹਾਂ।
ठीक है जी। अगे परिभाषा दी गई है बेस्टेबल के अनुसार सार्वजनिक वित्त हेठां सरकारी प्रशासन की आमदन ते खर्चिਆਂ ਦੇ ਅਧਿਐਨ ਦੇ ਨਾਲ ਉਹਨਾਂ ਦੇ ਆਪਸੀ ਸੰਬੰਧਾਂ ਤੇ ਵਿੱਤੀ ਨਿਯੰਤਰਣ ਅਤੇ ਪ੍ਰਬੰਧਾਂ ਦਾ ਵੀ ਧਿਆਨ ਕੀਤਾ ਜਾਂਦਾ ਗਾ। ਬੈਸਟੇਬਲ ਕਹਿੰਦੇ ਨੇ ਕਿ ਇਹਦੇ ਵਿੱਚ ਸਰਕਾਰੀ ਖਰਚੇ ਅਤੇ ਆਮਦਨ ਦੇ ਨਾਲ ਇਹਦੇ ਵਿੱਚ ਕੀ ਪੜਾਂਗੇ, ਵਿੱਤ ਦਾ ਕਿਵੇਂ ਕੰਟਰੋਲ ਕੀਤਾ ਜਾਂਦਾ ਗਾ ਔਰ ਇਹਦਾ ਕੀ ਸੰਬੰਧ ਹੈ और प्रबंध किमें किया जाता है, ये भी आप ये पढ़ते हैं। ठीक है जी। हुण सरकार की आमदन, जिमें कि हुण आपां ने पहला पढ़िया कि सरकार की आमदन दे बारे आपां सार्वजनिक वित्त दे विच पढ़दे हां ते खर्च दे बारे भी। हुण सरकार की आमदन दे किहड़े-किहड़े साधन ने, हुण सरकार की आमदन दे किहड़े-किहड़े साधन ने वो आपां पढ़दे हां। सोर्स ऑफ इनकम ऑफ गवर्नमेंट, ठीक है जी। ਇਹਦੇ ਵਿੱਚ ਹੈਗੇ ਨੇ दो प्रकार ਦੇ ਨੇ, ਪ੍ਰਤੱਖ ਕਰ ਅਪ੍ਰਤੱਖ ਕਰ। यानी टैक्स तो प्राप्त होंदा तो टैक्स दे दो टाइप्स इत्थे दसियां हुई ने, डायरैक्ट टैक्स और इनडायरैक्ट टैक्स। ठीक है। डायरैक्ट टैक्स किहड़े हुंदे ने? प्रोफैसर डॉल्टन, ठीक है, दे अनुसार प्रतੱਖ कर वो कर है जो उस ही व्यक्ति राही दिता जाता है जिस उपर ये कानूनी तौर पर लगाया जाता है। ठीक है जी। डायरैक्ट टैक्स किहड़ा हुंदा गा? जिस व्यक्ति दे उत्ते लगाया जाता है कानूनी तौर ते उही व्यक्ति द्वारा ही चुकाया जाता गा। ठीक है जी। हुण जिवें मान लो ताही इहदा नाम लिखिया होया प्रतੱਖ कर। प्रतੱਖ मतलब डायरैक्ट, सीधा डायरैक्ट लिया जाऊगा। जे मान लो राम दे उत्ते लाया टैक्स तो राम ही दूगा, डायरैक्ट राम तो टैक्स लवांगे। ठीक है। ताही नाम है डायरैक्ट टैक्स, इसलिए कन्फ्यूज नहीं होना। डायरैक्ट टैक्स सीधा डायरैक्ट उसी बंदे तो लिया जाऊगा जिस दे उत्ते लगाया जाता गा। हुण ये टैक्स दे विच किन्ने प्रकार दे टैक्स शामिल ने? देखो, आमदन इनकम टैक्स देखिया होगा, किसी की इनकम ज़्यादा होंगी है तो वो उत्ते इनकम टैक्स लगता, तो इनकम टैक्स किहदे द्वारा दिता जाता? जिहदे उत्ते लगाया जाता। उपहार टैक्स, महंगे चित्र बेचते हैं तो जो चित्र वगैरह खरीदते हैं उहदे द्वारा ही चुकाया जाता गा। उपहार जो कोई दिंदे ने महंगियां। निगम टैक्स जो पानी का बिल हो गया, ठीक है, बिजली का बिल हो गया, ये सारे की ने निगम टैक्स। ठीक है। संपत्ति उही वैल्थ, किसी दे कोल ज्वैलरीज वगैरह ने या बहुत ही ज़्यादा महंगियां चीज़ां ने उहदे उत्ते संपत्ति। जायदाद कर उही प्रॉपर्टी वगैरह। ठीक है जी। ये सारे प्रतੱਖ कर दियां डायरैक्ट टैक्स दियां उदाहरणां ने। हुण तुहानूं पता चल गया डायरैक्ट टैक्स की हुंदा गा, सीधा डायरैक्ट लिया जाता उसी बंदे तो। और इहदियां किन्ने ओह ने उदाहरणां ने, ये तुसीं याद रख लिओ एक दो, क्योंकि ये इंपॉर्टेंट है। किहड़े-किहड़े? प्रॉपर्टी टैक्स, उपहार टैक्स, निगम टैक्स, संपत्ति टैक्स एंड आमदन टैक्स। इनडायरैक्ट टैक्स, हुण इहदे विच देखो इनडायरैक्ट, डायरैक्ट नहीं लिया जाऊगा, मतलब इनडायरैक्टली किसी और तो लिया जाऊगा टैक्स। अप्रतੱਖ कर की परिभाषा उन्हां करां दे रूप विच दित्ती जाती है जो वस्तां ते सेवावां उपर लगाए जाते हैं। यह तो किसी की संपत्ति दे उत्ते, प्रॉपर्टी दे उत्ते लगाए जाते सीगे। हुण इह किहदे उत्ते लगणगे? इनडायरैक्ट टैक्स वस्तुआं ते सेवावां दे उत्ते लगणगे। ठीक है जी। लोकां उत्ते यह कर अप्रतੱਖ रूप दे उत्ते लगाए जाते हैं। इहदी डेफिनेशन ये है कि अप्रतੱਖ कर की है? यह वस्तां ते सेवावां दे उपर लगाए जाते हैं ते जिस व्यक्ति दे उत्ते लगाए जाते हैं उस व्यक्ति द्वारा नहीं बल्कि इस दा भुगतान किसी दूसरे व्यक्ति द्वारा किया जाता गा। ठीक है। जो मान लो हुण तुसीं कोई चीज़ खरीदते हो, आटा खरीदते हो, ठीक है, हुण आटा खरीदो उहदे ते जिहड़ा टैक्स लग्गिया, टैक्स कौन पे करूगा? दुकानदार तो पे नहीं करूगा, दुकानदार थोड़े तो लऊगा टैक्स का जो भी होगा खर्चा। ठीक है। इस करके खर्च का भुगतान उपभोक्ता करदा गा। उपभोक्ता की हुंदा गा? जो वस्तुआं दा प्रयोग करदा गा। ठीक है जी। हुण प्रोफैसर डॉल्टन कहंदे हुंदे ने कि अप्रतੱਖ कर वो कर हैं जो लगाए तो किसी एक व्यक्ति के उत्ते जाते हैं पर उन्हां दा अंशिक या पूर्ण रूप, अंशिक मतलब थोड़ा या पूरा दा पूरा भुगतान किसी होर व्यक्ति द्वारा किया जाता गा। इहदे विच किहड़ियां उदाहरणां ने? विक्री कर। विक्री कर जिवें कि कोई चीज़ का सेल करते हैं आपां, किसी चीज़ नूं कपड़ा बेचते हैं या फिर कोई खाण पीण वाली चीज़ां बेचते हैं या कुछ होर भी बेचते हैं तो उहदे उत्ते जिहड़ा टैक्स लगाया जाता वो टैक्स किसी होर व्यक्ति द्वारा दिते जाते हैं, ना कि जिहदे द्वारा वो चीज़ का बेचा जाता गा। ये उदाहरण आ अप्रतੱਖ कर दा। इस कर दा सरकार नूं भुगतान दुकानदार राही नहीं किया जाता, दुकानदार राही किया जाता है पर यह हुण देखो ਇਹਦੇ ਵਿੱਚ ਭੁਗਤਾਨ ਤਾਂ ਦੁਕਾਨਦਾਰ ਕਰੂਗਾ ਪਰ ਉਹ ਇਹਦਾ ਖਰਚਾ ਕਿਹਦੇ ਤੋਂ ਵਸੂਲੂਗਾ? ਗ੍ਰਾਹਕਾਂ ਤੋਂ ਵਸੂਲੂਗਾ। ਲਊਗਾ ਗ੍ਰਾਹਕਾਂ ਤੋਂ ਟੈਕਸ, ਗ੍ਰਾਹਕਾਂ ਤੋਂ ਟੈਕਸ ਜਾਊਗਾ ਦੁਕਾਨਦਾਰ ਕੋਲ, ਦੁਕਾਨਦਾਰ ਤੋਂ ਜਾਊਗਾ ਸਿੱਧਾ ਸਰਕਾਰ ਦੇ ਕੋਲੋਂ। ਠੀਕ ਹੈ ਜੀ। ਕਿਉਂਕਿ ਦੁਕਾਨਦਾਰ ਵਿਕਰੀ ਕਰ ਨੂੰ ਗ੍ਰਾਹਕਾਂ ਤੋਂ ਵਸੂਲ ਲੈਂਦਾ ਹੈ। ਅਪ੍ਰਤੱਖ ਕਰ ਦੇ ਉਦਾਹਰਨ ਹੋਰ ਵੀ ਨੇ ਜਿਵੇਂ ਕਿ ਵਿਕਰੀ ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ ਨਿਰਯਾਤ ਕਰ। ਠੀਕ ਹੈ ਜੀ।
ਹੁਣ ਇਹਦੀਆਂ ਐਗਜ਼ਾਮਪਲ ਵੀ ਬਹੁਤ ਹੀ ਆਸਾਨ ਨੇ। ਉਤਪਾਦਨ ਕੋਈ ਚੀਜ਼ ਦਾ ਪ੍ਰੋਡਕਸ਼ਨ ਕਰਦੇ ਹਾਂ ਤਾਂ ਪ੍ਰੋਡਕਸ਼ਨ ਕਰਨ ਤੋਂ ਬਾਅਦ ਤਾਂ ਵੀ ਉਹਨੂੰ ਵੇਚਾਂਗੇ, ਕਿਸੇ ਨੂੰ ਦੇਵਾਂਗੇ ਖਰੀਦਣ ਲਈ, ਮਾਰਕੀਟ ਦੇ ਵਿੱਚ ਲੈ ਕੇ ਆਵਾਂਗੇ ਵੇਚਣ ਲਈ, ਤਾਂ ਉਹਦਾ ਵੀ ਜੋ ਵੀ ਟੈਕਸ ਹੋਊਗਾ ਉਹਦਾ ਭਾਰ ਕਿਹਦੇ 'ਤੇ ਪਊਗਾ? ਉਪਭੋਗਤਾ ਦੇ ਉੱਤੇ ਪਊਗਾ। ਮਨੋਰੰਜਨ, ਜਿਵੇਂ ਸਿਨੇਮਾ ਹਾਲ ਦੇ ਵਿੱਚ ਕੋਈ ਟਿਕਟ ਵਗੈਰਾ ਖਰੀਦਦੇ ਹਾਂ ਉਹਦੇ ਉੱਤੇ ਜੋ ਟੈਕਸ ਲੱਗਦਾ ਉਹਦਾ ਭੁਗਤਾਨ ਕਿਸੇ ਦੂਸਰੇ ਦੁਆਰਾ। ਆਯਾਤ ਨਿਰਯਾਤ ਟੈਕਸ ਜਿਹੜੇ ਹੁੰਦੇ ਨੇ ਇਹ ਵੀ, ਠੀਕ ਹੈ ਜੀ। ਅਤੇ ਹੁਣ ਇੱਥੇ ਤੱਕ ਆਪਾਂ ਨੇ ਪੜ੍ਹਿਆ ਕਿ ਸਰਕਾਰ ਨੂੰ ਇਨਕਮ ਕਿੱਥੋਂ ਪ੍ਰਾਪਤ ਹੁੰਦੀ ਹੈ, ਟੈਕਸ ਤੋਂ ਪ੍ਰਾਪਤ ਹੁੰਦੀ ਹੈ। ਟੈਕਸ ਦੇ 2 ਟਾਈਪਸ ਆਪਾਂ ਨੇ ਇੱਥੇ ਪੜ੍ਹ ਲਈਆਂ। ਅਤੇ ਨੈਕਸਟ ਆਪਾਂ ਪੜ੍ਹਦੇ ਹਾਂ ਡੈਬਿਟ, ਕਰਜ਼ੇ, ਠੀਕ ਹੈ। ਉਹ ਤਾਂ ਸਿੱਧਾ ਉਹਨੂੰ ਇਹਦਾ ਭੁਗਤਾਨ ਨਹੀਂ, ਟੈਕਸ ਲਊਗੀ ਨਾ ਤਾਂ ਟੈਕਸ ਦੀ ਭਰਪਾਈ ਸਰਕਾਰ ਨੂੰ ਨਹੀਂ ਕਰਨੀ ਪਊ, ਕਿਉਂਕਿ ਉਹਨੂੰ ਬੈਠੇ ਬਿਠਾਏ ਟੈਕਸ ਮਿਲ ਜੂਗਾ, ਠੀਕ ਹੈ। ਇਹਨੂੰ ਵਾਪਸ ਨਹੀਂ ਕਰਨਾ ਪਊਗਾ ਲੋਕਾਂ ਨੂੰ। ਪਰ ਕਰਜ਼ੇ ਲਊਗੀ ਤਾਂ ਬਾਅਦ ਵਿੱਚ ਉਹਨੂੰ ਕਰਜ਼ੇ ਦਾ ਭੁਗਤਾਨ ਕਰਨਾ, ਕਰਜ਼ੇ ਨੂੰ ਦੀ ਭਰਪਾਈ ਕਰਨੀ ਪਊਗੀ, ਕਰਜ਼ਾ ਦੇਣਾ ਪਊਗਾ, ਵਾਪਸ ਕਰਨਾ ਪਊਗਾ, ਠੀਕ ਹੈ ਜੀ। ਤਾਂ ਕਰਜ਼ੇ ਕਿੱਥੋਂ ਲੈ ਸਕਦੀ ਹੈ ਉਹ ਆਪਾਂ ਪੜ੍ਹਦੇ ਹਾਂ ਇਹਦੇ ਵਿੱਚ, ਠੀਕ ਹੈ ਜੀ। ਇਹ ਵੀ ਆਮਦਨ ਦਾ ਸਾਧਨ ਹੈ। ਆਮਦਨ ਦਾ ਸਾਧਨ ਇੱਕ ਟੈਕਸ ਹੋ ਗਿਆ, ਟੈਕਸ ਦੇ ਵਿੱਚ 2 ਟਾਈਪਸ ਪੜ੍ਹ ਲਏ। ਅੱਗੇ ਡੈਬਿਟ, ਕਰਜ਼ੇ ਲੈ ਸਕਦੀ ਹੈ। ਹਰ ਇੱਕ ਸਰਕਾਰ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਈ ਪ੍ਰਕਾਰ ਦੇ ਕਰਜ਼ੇ ਲੈ ਸਕਦੀ ਹੈ। ਇਹਨਾਂ ਕਰਜ਼ਿਆਂ ਨੂੰ ਹੀ ਸਰਵਜਨਕ ਕਰਜ਼ੇ, ਜਦੋਂ ਸਰਕਾਰ ਕਰਜ਼ੇ ਲਊਗੀ ਤਾਂ ਉਹ ਕਰਜ਼ੇ ਨੂੰ ਕੀ ਕਵਾਂਗੇ? ਸਰਵਜਨਕ ਕਰਜ਼ੇ, ਠੀਕ ਹੈ ਜੀ। ਸਰਵਜਨਕ ਕਰਜ਼ਿਆਂ ਦਾ ਅਰਥ ਸਰਕਾਰ ਦੁਆਰਾ ਜਿਹੜੇ ਕਰਜ਼ੇ ਲਏ ਜਾਂਦੇ ਹਨ। ਇਹ ਦੇਸ਼ ਦੇ ਆਂਤਰਿਕ ਸਾਧਨਾਂ ਤੋਂ ਅਤੇ ਵਿਦੇਸ਼ਾਂ ਤੋਂ ਲਏ ਗਏ ਦੋਨੇ ਪ੍ਰਕਾਰ ਦੇ ਕਰਜ਼ੇ। ਇਹਦੇ ਵਿੱਚ ਜਿਹੜੇ ਆਪਣੇ ਦੇਸ਼ ਦੇ ਅੰਦਰ ਹੀ ਅੰਦਰ ਕਿਸੇ ਤੋਂ ਕਰਜ਼ਾ ਲੈ ਲਵੇ ਜਾਂ ਬਾਹਰਲੇ ਦੇਸ਼ਾਂ ਤੋਂ ਕਰਜ਼ਾ ਲੈ ਲਵੇ ਤਾਂ ਉਹ ਸਾਰੇ ਕਰਜ਼ੇ ਇਹਦੇ ਵਿੱਚ ਸ਼ਾਮਿਲ ਹੋਣਗੇ, ਠੀਕ ਹੈ ਜੀ। ਪ੍ਰੋਫੈਸਰ ਟੇਲਰ ਦੇ ਅਨੁਸਾਰ ਸਰਵਜਨਕ ਕਰਜ਼ਾ ਸਰਕਾਰ ਰਾਹੀਂ ਬੈਂਕਾਂ, ਵਪਾਰਿਕ ਸੰਸਥਾਵਾਂ ਅਤੇ ਵਿਅਕਤੀਆਂ ਤੋਂ ਲਿਆ ਗਿਆ ਕਰਜ਼ਾ ਹੁੰਦਾ ਗਾ। ਇਹਨਾਂ ਦੇ ਅਨੁਸਾਰ ਕਰਜ਼ਾ ਕੀ ਹੁੰਦਾ ਗਾ? ਬੈਂਕਾਂ ਦੁਆਰਾ ਕਰਜ਼ਾ ਜਾਂ ਵਪਾਰਿਕ ਸੰਸਥਾਵਾਂ ਜਾਂ ਵਿਅਕਤੀਆਂ ਦੁਆਰਾ ਕਰਜ਼ਾ ਜੋ ਲਿਆ ਜਾਂਦਾ ਗਾ, ਠੀਕ ਹੈ ਜੀ। ਅੱਗੇ ਇਹਦੀਆਂ ਟਾਈਪਸ ਕੀ ਨੇ? ਕਿਸਮਾਂ ਸਾਹਿਤ ਉਦਾਹਰਨਾਂ, ਠੀਕ ਹੈ। ਟਾਈਪਸ ਵਿਦ ਐਗਜ਼ਾਮਪਲ। ਸਰਵਜਨਕ ਕਰਜ਼ਾ ਮੁੱਖ ਰੂਪ ਵਿੱਚ ਨਾਲ 2 ਪ੍ਰਕਾਰ ਦਾ ਹੁੰਦਾ ਹੈ। ਸਰਵਜਨਕ ਕਰਜ਼ੇ 2 ਪ੍ਰਕਾਰ ਦੇ ਹੁੰਦੇ ਨੇ, ਠੀਕ ਹੈ ਜੀ। ਕਿਹੜੇ? ਆਂਤਰਿਕ ਕਰਜ਼ਾ, ਇੰਟਰਨਲ, ਜੋ ਆਪਣੇ ਦੇਸ਼ ਦੇ ਅੰਦਰ ਕਰਜ਼ੇ ਜਦੋਂ ਸਰਕਾਰ ਲਊਗੀ, ਠੀਕ ਹੈ ਜੀ। ਜਿਵੇਂ ਇੰਡੀਆ ਦੀ ਸਰਕਾਰ ਇਕੱਲੀ ਇੰਡੀਆ ਦੇ ਅੰਦਰ ਕਿਸੇ ਤੋਂ ਬੈਂਕਾਂ ਤੋਂ ਲਊਗੀ ਜਾਂ ਰਿਜ਼ਰਵ ਬੈਂਕ ਕਿਸੇ ਤੋਂ ਵੀ ਲਊਗੀ ਤਾਂ ਉਹ ਇੰਡੀਆ ਦੇ ਅੰਦਰ ਕਰਜ਼ਾ ਲਊਗੀ ਤਾਂ ਉਹ ਕੀ ਕਹਾਊਗੀ? ਆਂਤਰਿਕ ਯਾਨੀ ਇੰਟਰਨਲ ਡੈਬਿਟ। ਆਂਤਰਿਕ ਕਰਜ਼ੇ ਉਹ ਕਰਜ਼ੇ ਹਨ ਜੋ ਕਿਸੇ ਦੇਸ਼ ਦੇ ਅੰਦਰ ਉਸ ਦੇਸ਼ ਦੀ ਜਨਤਾ ਅਤੇ ਬੈਂਕਾਂ ਰਾਹੀਂ ਵਿੱਤੀ ਸੰਸਥਾਵਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਠੀਕ ਹੈ ਜੀ। ਆਂਤਰਿਕ ਇੰਟਰਨਲ ਡੈਬਿਟ ਉਹ ਹੁੰਦੇ ਨੇ ਜੋ ਕਿ ਕਿਸੇ ਦੇਸ਼ ਦੇ ਅੰਦਰ ਬੈਂਕਾਂ ਤੋਂ ਲਊਗੀ ਜਾਂ ਜਨਤਾ ਤੋਂ ਕਰਜ਼ਾ ਲਊਗੀ, ਠੀਕ ਹੈ ਜੀ। ਇਹ ਦੇਸ਼ ਦੀ ਮੁਦਰਾ ਵਿੱਚ ਪ੍ਰਾਪਤ ਹੁੰਦੇ ਹਨ। ਇਹਨਾਂ ਦੇ ਮੂਲਧਨ ਅਤੇ ਵਿਆਜ ਦਾ ਭੁਗਤਾਨ ਵੀ ਦੇਸ਼ ਦੀ ਮੁਦਰਾ ਵਿੱਚ ਹੀ ਕੀਤਾ ਜਾਂਦਾ, ਯਾਨੀ ਦੇਸ਼ ਦੇ ਮੁਦਰਾ ਦੁਆਰਾ ਹੀ ਭੁਗਤਾਨ ਕੀਤਾ ਜਾਂਦਾ ਗਾ, ਠੀਕ ਹੈ ਜੀ। ਹੁਣ ਜਿਹੜੇ ਇੰਟਰਨਲ ਡੈਬਿਟ ਨੇ ਇਹ ਕਿਸ ਤਰ੍ਹਾਂ ਕਰਜ਼ੇ ਇਕੱਠੇ ਕਰ ਸਕਦੀ ਹੈ? ਬਾਂਡ ਪੱਤਰਾਂ ਨੂੰ ਜਾਰੀ ਕਰਕੇ ਇਕੱਠਾ ਕਰ ਸਕਦੀ ਆ, ਜਿਵੇਂ ਕਿ ਇੰਦਰਾ ਵਿਕਾਸ ਪੱਤਰ, ਨੈਸ਼ਨਲ ਬੱਚਤ ਸਰਟੀਫਿਕੇਟ, ਨੈਸ਼ਨਲ ਬੱਚਤ ਸਕੀਮ ਆਦਿ ਨੂੰ ਜਾਰੀ ਕਰਕੇ ਇਹ ਕਰਜ਼ੇ ਲੈ ਸਕਦੀ ਹੈ, ਠੀਕ ਹੈ ਜੀ। ਅੱਗੇ ਆ ਗਿਆ ਐਕਸਟਰਨਲ ਡੈਬਿਟ, ਜਦੋਂ ਦੂਸਰੇ ਦੇਸ਼ਾਂ ਤੋਂ ਕਰਜ਼ਾ ਲਊਗੀ, ਠੀਕ ਹੈ। ਇਹਦੇ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਵਿਦੇਸ਼ੀ ਬੈਂਕ ਹੋ ਗਏ ਆਦਿ ਤੋਂ ਜੋ ਕਰਜ਼ੇ ਪ੍ਰਾਪਤ ਕਰਦੀ ਹੈ ਉਹਨਾਂ ਨੂੰ ਵਿਦੇਸ਼ੀ ਕਰਜ਼ੇ ਕਿਹਾ ਜਾਂਦਾ ਹੈ, ਠੀਕ ਹੈ। ਅੰਤਰਰਾਸ਼ਟਰੀ ਕਰਜ਼ੇ ਲਊਗੀ ਤਾਂ ਇਹ ਕਰਜ਼ੇ ਵਿਦੇਸ਼ੀ ਮੁਦਰਾ ਵਿੱਚ, ਉਹ ਜਿਹੜੇ ਸੀਗੇ ਇੰਟਰਨਲ ਡੈਬਿਟ ਉਹ ਸੀਗੇ ਦੇਸ਼ ਦੀ ਮੁਦਰਾ ਵਿੱਚ ਲਏ ਜਾਂਦੇ ਸੀ। ਜਿਸ ਦੇਸ਼ ਦੇ ਵਿੱਚੋਂ ਕਰਜ਼ੇ ਲਏ ਜਾਂਦੇ ਸੀ ਉਸ ਦੇਸ਼ ਦੁਆਰਾ ਦਿੱਤੇ ਜਾਂਦੇ ਸੀਗੇ। ਇਹਦੇ ਵਿੱਚ ਜਿਹੜੀ ਮੁਦਰਾ ਹੋਊਗੀ ਇਹ ਦੂਸਰੇ ਦੇਸ਼ ਤੋਂ ਮੁਦਰਾ ਪ੍ਰਾਪਤ ਹੋਊਗੀ ਤੇ ਆਮ ਤੌਰ ਤੇ ਇਹਨਾਂ ਦਾ ਮੂਲਧਨ ਅਤੇ ਵਿਆਜ ਦਾ ਵਿਦੇਸ਼ੀ ਮੁਦਰਾ ਵਿੱਚ ਹੀ ਭੁਗਤਾਨ ਕੀਤਾ ਜਾਂਦਾ ਗਾ। ਤੇ ਇਹਦੇ ਵਿੱਚ ਜਿਵੇਂ ਮੰਨ ਲਓ ਹੁਣ ਅਮਰੀਕਾ ਤੋਂ ਉਧਾਰ ਲਿੱਤਾ ਗਾ ਇੰਡੀਆ ਨੇ, ਤਾਂ ਅਮਰੀਕਾ ਨੂੰ ਵਾਪਸ ਕਰਨ ਦੇ ਲਈ ਤਾਂ ਅਮਰੀਕਾ ਦਾ ਜੋ ਉੱਥੋਂ ਦਾ ਉਹ ਹੋਊਗਾ, ਜੋ ਉੱਥੋਂ ਦਾ ਕਰੰਸੀ ਚੱਲਦੀ ਹੋਊਗੀ ਉਸੇ ਰੂਪ ਦੇ ਵਿੱਚ ਭੁਗਤਾਨ ਕਰੂਗੀ, ਉਸੇ ਰੂਪ ਦੇ ਵਿੱਚ ਉਹਨੂੰ ਮੂਲਧਨ ਅਤੇ ਵਿਆਜ ਇਕੱਠਾ ਕਰਕੇ ਦਊਗੀ, ਠੀਕ ਹੈ ਜੀ। ਇੱਥੇ ਆਪਾਂ ਨੇ ਪੜ੍ਹ ਲਿਆ ਸਰਕਾਰ ਦੀ ਡੈਬਿਟ ਤੇ ਸਰਕਾਰ ਦੇ ਇਨਕਮ ਦੇ ਬਾਰੇ ਪੜ੍ਹ ਲਿਆ, ਕਰਜ਼ੇ ਅਤੇ ਜੋ ਉਹਦੀ ਇਨਕਮ ਟੈਕਸ ਹੁੰਦੀਆਂ ਨੇ, ਟੈਕਸ ਤੋਂ ਇਨਕਮ ਪ੍ਰਾਪਤ ਕਰਦੀ ਹੈ। ਤੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਜੇ ਤੁਹਾਨੂੰ ਇਸ ਤੋਂ ਇਲਾਵਾ ਇਹਦੇ ਵਿੱਚ ਕੋਈ ਵੀ ਕਨਫਿਊਜ਼ਨ ਹੋਊਗੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਪਲੀਜ਼ ਅਗਰ ਜੇ ਮੇਰੀ ਵੀਡੀਓ ਨੂੰ ਵਧੀਆ ਲੱਗ ਰਹੀ ਹੈ ਤੁਹਾਨੂੰ, ਅਗਰ ਤੁਹਾਡੇ ਲਈ ਹੈਲਪਫੁਲ ਆ ਤਾਂ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰੀਏ ਤਾਂ ਜੋ ਉਹ ਵੀ ਇਹਦਾ ਬੈਨੀਫਿਟ ਉਠਾ ਸਕਣ। ਥੈਂਕ ਯੂ।